ਆਪਾਂ ਤਕਰੀਬਨ ਕਈ ਦਿਨਾਂ ਤੋਂ ਲਗਾਤਾਰ ਇੱਕ ਵਿਸ਼ੇ ਤੇ ਗੱਲ ਕਰਦੇ ਹੁੰਨੇ ਆ। ਅੱਜ ਆਪਾਂ ਭਖਦੇ ਮਸਲੇ ਪੰਜਾਬ ਦੇ ਚੋਣਾਂ ਤੇ ਗੱਲ ਕਰਨੀ ਆ, ਕਿਉਂਕਿ ਚੋਣਾਂ 'ਚ ਦਿੱਲੀ ਤੋਂ ਸੰਘਰਸ਼ ਜਿੱਤ ਕੇ ਆਈ ਪਾਰਟੀ, ਜਿੱਤ ਕੇ ਆਈਆਂ ਜਥੇਬੰਦੀਆਂ, 22 ਜਥੇਬੰਦੀਆਂ ਦੇ ਇੱਕ ਗਰੁੱਪ ਨੇ, ਸ਼ਾਇਦ ਉਹਦੇ 'ਚੋਂ 9 ਰਹਿ ਗਏ। ਉਹਨਾਂ ਨੇ ਇੱਕ ਸੰਯੁਕਤ ਸਮਾਜ ਮੋਰਚਾ ਨਾਂ ਦੀ ਨਵੀਂ ਪਾਰਟੀ ਬਣਾ ਕੇ ਚੋਣਾਂ ਲੜਨ ਦਾ ਐਲਾਨ ਕੀਤਾ। ਕੋਈ ਰੌਲਾ ਨਹੀਂ, ਚੋਣਾਂ ਲੜਨੀਆਂ ਸੰਵਿਧਾਨ ਰੋਕਦਾ ਵੀ ਨਹੀਂ ਤੇ ਹਰ ਕਿਸੇ ਨੂੰ ਲੜਨ ਦਾ ਹੱਕ ਵੀ ਦਿੰਦਾ, ਵੋਟ ਪਾਉਣ ਦਾ ਹੱਕ ਵੀ ਦਿੰਦਾ। ਪਰ ਆਪਾਂ ਇਸ ਲੋਕਤੰਤਰੀ ਪ੍ਰਬੰਧ ਦੇ ਪਿਛੋਕੜ 'ਚ ਜਾਣਾ ਵੀ ਇਹ ਕਿਹੋ ਜਿਹੇ ਬੰਦੇ ਪੈਦਾ ਕਰਦਾ ਤੇ ਕਿਹੋ ਜਿਹੇ ਬੰਦਿਆਂ ਦੀ ਇਹਨੂੰ ਲੋੜ ਆ ਤੇ ਕਿਹੋ ਜਿਹਿਆਂ ਨੂੰ ਇਹ ਵਿਧਾਨ ਸਭਾ ਤੱਕ ਪਹੁੰਚਣ ਦਿੰਦਾ। ਇਹ ਸਾਰਾ ਕੁਝ ਆਪਾਂ ਅੱਜ ਦੀ ਵੀਡੀਓ 'ਚ ਪੜਤਾਲਣਾ। ਮੈਂ ਜਿਹੜਾ ਅੱਜ ਦਾ ਹੈਡਿੰਗ ਬਣਾਇਆ ਕਿ ਰਾਜੇਵਾਲ ਸਾਹਿਬ ਕਿਤੇ ਡੋਲੂ ਲੈ ਕੇ ਤੁਸੀਂ ਝੋਟਿਆਂ ਵਾਲੇ ਘਰ ਤਾਂ ਨਹੀਂ ਵੜ ਗਏ, ਇਹ ਸਾਡਾ ਅਖਾਣ ਹੈ ਪੰਜਾਬੀ ਦਾ। ਬਾਬੇ ਨਾਨਕ ਨੇ ਆਪਣੀ ਗੁਰਬਾਣੀ 'ਚ ਬਹੁਤ ਅਖਾਣ ਵਰਤੇ ਆ ਤੇ ਸਾਰਿਆਂ ਨਾਲੋਂ ਪਹਿਲਾਂ ਸਾਡੀ ਪੰਜਾਬੀ ਭਾਸ਼ਾ ਨੂੰ ਅਮੀਰ ਕਰਨ ਲਈ ਬਾਬਾ ਫਰੀਦ, ਕਬੀਰ ਸਾਹਿਬ ਤੇ ਹੋਰ ਪੁਰਾਣੇ ਜਿਹੜੇ ਸਾਡੇ ਭਗਤ ਤੇ ਸਾਰੇ ਉਸ ਗੁਰਬਾਣੀ ਨਾਲ ਜੁੜੇ ਹੋਏ ਸਾਥੀ ਸੀ, ਤੇ ਬਾਬਾ ਨਾਨਕ, ਤੇ ਉਸ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਨੇ ਤਾਂ ਹੱਦ ਹੀ ਟਪਾਤੀ, ਕਿਉਂਕਿ ਇਹਨਾਂ ਦਾ ਤਾਂ ਬਹੁਤ ਵੱਡਾ ਸਾਹਿਤ 'ਚ ਇੱਕ ਹਿੱਸਾ। ਮਤਲਬ ਇਹਨਾਂ ਨੇ ਬਹੁਤ ਹੀ ਇਹੋ ਜਿਹੇ ਅਖਾਣ, ਇਹੋ ਜਿਹੀਆਂ ਅਖੌਤਾਂ ਤੇ ਇਹੋ ਜਿਹੇ ਨਾਲ ਸਾਡੀ ਪੰਜਾਬੀ ਭਾਸ਼ਾ ਜਿਹੜੀ ਉਹ ਬੜੀ ਅਮੀਰ ਕਰਤੀ। ਇਹ ਇੱਕ ਅਖਾਣ ਹੀ ਆ ਸਾਡਾ ਵੀ ਝੋਟਿਆਂ ਵਾਲੇ ਘਰੇ ਡੋਲੂ ਲੈ ਕੇ ਵੜਨਾ। ਮਤਲਬ ਜਿੱਥੋਂ ਕੋਈ ਝਾਕ ਹੀ ਨਾ ਹੋਵੇ ਆਪਾਂ ਉੱਥੇ ਲੱਸੀ ਜਾਂ ਦੁੱਧ ਲੈਣ ਚਲੇ ਜਾਈਏ, ਰੱਖਿਆ ਉਹਨਾਂ ਦਾ ਕੋਈ ਹੋਰ ਜਾਨਵਰ ਹੋਵੇ। ਇਹ ਇੱਕ ਅਖਾਣ ਦਾ ਮੇਰਾ ਉਹ ਦੇਣ ਦਾ ਮਤਲਬ ਸੀ। ਰਾਜੇਵਾਲ ਸਾਹਿਬ ਦਾ ਬਹੁਤ ਵੱਡਾ ਤਜਰਬਾ ਹੈ ਤੇ ਰਾਜੇਵਾਲ ਸਾਹਿਬ ਦਾ ਮੈਂ ਬਹੁਤ ਕਦਰਦਾਨ ਹਾਂ। ਉਹਦੀ ਵਜ੍ਹਾ ਇਹ ਹੈ ਵੀ ਇਸ ਸੰਘਰਸ਼ ਲੜਨ ਤੋਂ ਪਹਿਲਾਂ ਜਿਹੜੀ ਲਾਟ ਜਗਦੀ ਰੱਖੀ ਆ, ਜਿਹੜਾ ਦੀਵਾ ਜਗਦਾ ਰੱਖਿਆ, ਜਿਹੜਾ ਸੰਘਰਸ਼ ਨੂੰ, ਇਸ ਸੰਘਰਸ਼ ਦੇ ਪੈਦਾ ਹੋਣ ਦੇ ਪਿਛਲਾ ਪਿਛੋਕੜ ਉਹ ਸਾਰਾ ਰਾਜੇਵਾਲ ਨੇ ਬਹੁਤਾ ਹੰਡਾਇਆ, ਕਿਉਂਕਿ ਪੜ੍ਹੇ ਲਿਖੇ ਸੀ। ਇਹਨਾਂ ਨੇ ਹਰ ਸਰਕਾਰੀ ਜਾਂ ਗੈਰ ਸਰਕਾਰੀ ਤੌਰ ਤੇ ਉੱਥੇ ਦਖਲ ਦੇਣ ਦੀ ਕੋਸ਼ਿਸ਼ ਕੀਤੀ ਹੈ ਜਿੱਥੇ ਇਹਨਾਂ ਕਿਸਾਨਾਂ ਦੇ ਨਾਲ ਕੋਈ ਵੀ ਕਿਸੇ ਕਿਸਮ ਦਾ ਕੋਈ ਧੱਕਾ ਹੁੰਦਾ ਸੀ ਜਾਂ ਕੋਈ ਕਾਨੂੰਨ ਬਣਦਾ ਸੀ, ਕਿਉਂਕਿ ਕਾਨੂੰਨੀ ਜਾਣਕਾਰੀ ਹੋਣੀ ਬੰਦੇ ਨੂੰ ਬਹੁਤ ਜ਼ਰੂਰੀ ਹੈ। ਕਾਨੂੰਨ ਇੱਕ ਇਹੋ ਜਿਹੀ ਭਾਸ਼ਾ 'ਚ ਲਿਖਿਆ ਹੁੰਦਾ ਜਿਹੜੀ ਆਮ ਜਨ ਸਧਾਰਨ ਦੇ ਸਮਝ 'ਚ ਨਹੀਂ ਆਉਂਦੀ। ਇਹਨੂੰ ਕੋਈ ਕਾਨੂੰਨੀ ਜਾਣਕਾਰ ਹੀ ਸਮਝ ਸਕਦਾ। ਉਹਦੇ 'ਚ ਇੱਕ ਸ਼ਬਦ, ਕੌਮਾ, ਬਿੰਦੀ ਵੀ ਅਰਥ ਬਦਲ ਦਿੰਦੀ ਆ, ਉਹ ਸਾਨੂੰ ਪਤਾ ਹੈ। ਪਰ ਰਾਜੇਵਾਲ ਸਾਹਿਬ ਨੂੰ ਮੈਂ ਸਲਾਮ ਕਰਦਾ ਇਸ ਗੱਲ ਦੀ ਵੀ ਉਹਨਾਂ ਨੇ ਇਸ ਨੂੰ ਜਗਦਾ ਰੱਖਿਆ। ਜਿੱਥੋਂ ਤੱਕ ਦੂਜੀਆਂ ਵੱਡੀਆਂ ਜਥੇਬੰਦੀਆਂ 3-4 ਦਾ ਸੰਬੰਧ ਹੈ ਜਿਹੜੀਆਂ ਨਹੀਂ ਲੜਦੀਆਂ ਚੋਣਾਂ, ਉਹਨਾਂ ਨੂੰ ਵੀ ਇਹਦੇ 'ਚ ਮੈਂ ਇੱਕ ਕਿਸਮ ਦੀ ਮੁਬਾਰਕਬਾਦ ਹੀ ਦਿੰਦਾ ਹੈ, ਕਿਉਂਕਿ ਉਹਨਾਂ ਨੇ ਪਿਛਲੇ ਇਤਿਹਾਸ ਨੂੰ ਵੀ ਧਿਆਨ 'ਚ ਰੱਖਿਆ। ਉਹਨਾਂ ਨੂੰ ਇਸ ਪ੍ਰਬੰਧ ਤੇ ਉਹਨਾਂ ਦਾ ਕੋਈ ਯਕੀਨ ਨਹੀਂਗਾ, ਕਿਉਂਕਿ ਪ੍ਰਬੰਧ ਤੇ ਯਕੀਨ ਹੁਣ ਅੱਜ ਇਹੀ ਗੱਲ ਕਰਨੀ ਆ ਅਸਲ 'ਚ ਵੀ ਇਸ ਪ੍ਰਬੰਧ ਤੇ ਯਕੀਨ ਕਿਉਂ ਨਹੀਂ ਹੈ ਤੇ ਕਾਰਨ ਕੀ ਆ ਉਹਦਾ। ਅਸਲ 'ਚ ਉਹਦਾ ਕਾਰਨ ਜੇ ਆਪਾਂ ਪਿਛੋਕੜ 'ਚ ਜਾਈਏ ਤਾਂ ਮੈਂ 4-5 ਬਹੁਤ ਕੁਰਬਾਨੀ ਵਾਲੇ ਬੰਦਿਆਂ ਦਾ ਨਾਮ ਲੈਣਾ ਜਿਨ੍ਹਾਂ ਨੂੰ ਅਸੀਂ ਚੋਣਾਂ 'ਚ ਹਰਾਇਆ। ਅਸੀਂ ਸੋਹਣ ਸਿੰਘ ਭਕਨਾ ਨੂੰ ਹਰਾਇਆ। ਸੋਹਣ ਸਿੰਘ ਭਕਨਾ ਦੀ ਵੇਖੋ ਕਿੱਡੀ ਕੁਰਬਾਨੀ ਹੈ। ਜਦੋਂ ਸੋਹਣ ਸਿੰਘ ਭਕਨਾ ਨੂੰ ਆਜ਼ਾਦ ਭਾਰਤ ਦੇ ਵਿੱਚ ਕੈਦ ਹੋਈ, ਕੈਦ ਹੋਣ ਦੇ ਦੌਰਾਨ ਬਾਬੇ ਦੀ ਉਮਰ ਤਾਂ ਪਹਿਲਾਂ ਵੱਡੀ ਹੋਈ ਸੀ, ਉਸ ਕੈਦ ਦੇ ਦੌਰਾਨ ਉਹ ਕੁੱਬਾ ਹੋ ਗਿਆ ਤੇ ਉਹਨੂੰ ਨਹਿਰੂ ਮਿਲਣ ਆਇਆ ਸੀ। ਆਂਦਾ ਬਾਬਾ ਜੀ ਕੀ ਗੱਲ ਹੈ, ਕੁੱਬ ਨਿਕਲਿਆ ਆ। ਉਹ ਆਂਦਾ ਦੇਖੋ ਅੰਗਰੇਜ਼ਾਂ ਦੀਆਂ ਜਿਹੜੀਆਂ ਕੈਦਾਂ ਸੀ, ਜਿਹੜਾ ਸਾਰਾ ਕੁਝ ਸੀ, ਉਹਨਾਂ ਨੂੰ ਅਸੀਂ ਆਪਣੇ ਨਹੀਂ ਸੀ ਸਮਝਦੇ, ਪਰ ਜਦੋਂ ਮੈਨੂੰ ਆਪਣਿਆਂ ਨੇ ਵੀ ਕੈਦ ਕੀਤੀ ਤੇ ਮੇਰੇ ਤੇ ਦੂਹਰਾ ਵਜਨ ਪੈ ਗਿਆ। ਇਸ ਕਰਕੇ ਮੇਰੀ ਜਿਹੜੀ ਕਮਰ ਆ ਉਹ ਭਾਰ ਨਹੀਂ ਝੱਲ ਸਕੀ ਤੇ ਮੈਂ ਕੁੱਬਾ ਹੋ ਗਿਆ। ਇਹ ਬਾਬੇ ਸੋਹਣ ਸਿੰਘ ਭਕਨਾ ਨੂੰ ਅਸੀਂ ਹਰਾਇਆ ਹੈ। ਚੋਣਾਂ 'ਚ ਇਲੈਕਸ਼ਨਾਂ 'ਚ ਆਇਆ ਸੀ ਉਹ। ਉਸ ਤੋਂ ਬਾਅਦ ਆਪਾਂ ਅਗਲੀ ਗੱਲ ਕਰਦੇ ਹਾਂ ਸੋਹਣ ਸਿੰਘ ਜੋਸ਼ ਦੀ। ਸ਼ਹੀਦ ਭਗਤ ਸਿੰਘ ਦਾ ਸਾਥੀ ਸੀ। ਰਾਜੇਵਾਲ ਸਾਹਿਬ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ, ਉਹਨੂੰ ਵੀ ਅਸੀਂ ਹਰਾਇਆ, ਉਹਨੂੰ ਵੀ ਅਸੀਂ ਜਿੱਤਣ ਨਹੀਂ ਦਿੱਤਾ। ਅਸੀਂ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਨ ਨਹੀਂ ਦਿੱਤਾ, ਕਿਉਂਕਿ ਕਰਪਟ ਸਿਸਟਮ
ਤੁਹਾਡੇ ਵਰਗੇ ਬੰਦਿਆਂ ਨੂੰ ਨਹੀਂ ਜਾਣ ਦੇਊਗਾ। ਮੇਰੇ ਕੋਲੋਂ ਪਹਿਲਾਂ ਹੀ ਸੁਣ ਲਓ, ਤੁਸੀਂ, ਤੁਹਾਨੂੰ ਨਹੀਂ ਜਾਣ ਦੇਣਾ ਇਹਨਾਂ ਨੇ ਉੱਥੇ, ਭਾਵੇਂ ਕੋਈ ਡਿੱਕਾ ਲਾਉਣਾ ਪਵੇ, ਭਾਵੇਂ ਤੁਹਾਡੇ ਵਿਰੋਧ 'ਚ ਕਿਹੋ ਜਿਹਾ ਕੋਈ ਪ੍ਰਪੰਚ ਰਚਣਾ ਪਵੇ, ਇਹਨਾਂ ਨੇ ਤੁਹਾਨੂੰ ਨਹੀਂ ਜਾਣ ਦੇਣਾ। ਬਹੁਤ ਘੱਟ ਕੀ ਹੋ ਸਕਦਾ ਕੋਈ ਮੁਕਾਬਲੇ 'ਚ ਕੋਈ 2-4 ਸਾਥੀ ਚਲੇ ਜਾਣ, ਬਹੁਤਿਆਂ ਨੂੰ ਇਹਨਾਂ ਨੇ ਨਹੀਂ ਜਾਣ ਦੇਣਾ, ਕਿਉਂਕਿ ਸਿਸਟਮ ਬਹੁਤ ਭ੍ਰਸ਼ਟ ਹੈ। ਬਾਬਾ ਗੁਰਦਿੱਤ ਸਿੰਘ ਕਾਮਾ ਗਾਟਾ ਮਾਰੂ, ਕਿੱਡੀ ਕੁਰਬਾਨੀ, ਕਿੱਡਾ ਉਹਦਾ ਸਫ਼ਰ, ਕਿੱਡਾ ਉਹਨੇ ਯਤਨ ਕੀਤਾ ਸਾਰੇ ਦੇਸ਼ਾਂ ਦੇ ਵਿੱਚੋਂ ਭਾਰਤ ਨੂੰ ਆਜ਼ਾਦ ਕਰਾਉਣ ਵਾਸਤੇ। ਜਹਾਜ਼ ਲੈ ਕੇ ਕਿਸ ਤਰ੍ਹਾਂ ਹਥਿਆਰ ਖਰੀਦੇ, ਕਿਸ ਤਰ੍ਹਾਂ ਲੈ ਕੇ ਆਏ, ਕੀ ਗੱਲ ਹੋਈ ਹੈ ਬਹੁਤਾ ਮੇਰੀ ਨਿਗਾਹ 'ਚ ਕਹਿਣ ਦੀ ਲੋੜ ਨਹੀਂ। ਅਸੀਂ ਬਾਬਾ ਗੁਰਦਿੱਤ ਸਿੰਘ ਕਾਮਾ ਗਾਟਾ ਮਾਰੂ ਨੂੰ ਵੀ ਹਰਾਤਾ, ਅਸੀਂ ਉਹਨੂੰ ਵੀ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਨ ਨਹੀਂ ਦਿੱਤਾ, ਅਸੀਂ ਉਹਨੂੰ ਵੀ ਇਸ ਜਿਹੜਾ ਸਾਡਾ ਸਿਸਟਮ ਹੈ ਇਹਦੇ 'ਚ ਜਾਣ ਨਹੀਂ ਦਿੱਤਾ, ਅਸੀਂ ਉਹਨੂੰ ਵੀ ਹਰਾਤਾ। ਇਸ ਤੋਂ ਬਾਅਦ B.R. ਅੰਬੇਡਕਰ, ਅਸੀਂ B.R. ਅੰਬੇਡਕਰ ਨੂੰ ਵੀ ਹਰਾਇਆ, ਜਿਹੜਾ ਤੁਸੀਂ ਵੇਖੋ ਦਲਿਤਾਂ ਦਾ ਮਸੀਹਾ ਸੀ, ਸੰਵਿਧਾਨ ਦਾ ਨਿਰਮਾਤਾ ਸੀ, ਸਾਰਾ ਭਾਰਤ ਉਹਨੂੰ ਜਾਣਦਾ ਸੀ, ਉਹਦੀ ਇਸ ਕੁਰਬਾਨੀ ਤੇ ਸਾਰੇ ਫੁੱਲ ਚੜਾਉਂਦੇ ਸੀ, ਪਰ ਉਹਨੂੰ ਵੀ ਅਸੀਂ ਹਰਾਇਆ। ਰਾਜੇਵਾਲ ਸਾਹਿਬ, ਉਹਨੂੰ ਵੀ ਅਸੀਂ ਇਹ ਜਿਹੜਾ ਸਾਡਾ ਸਿਸਟਮ ਹੈ ਇਹਨੇ ਲੋਕਤੰਤਰੀ ਸਿਸਟਮ ਨੇ ਉਸ 542 'ਚ ਸ਼ਾਮਲ ਨਹੀਂ ਹੋਣ ਦਿੱਤਾ ਜਿੱਥੇ ਕਾਨੂੰਨ ਘੜੀ ਦਾ, ਜਿਹਨੇ ਕਾਨੂੰਨ ਦਾ ਸਾਰਾ ਖਰੜਾ ਲਿਖਿਆ, ਜਿਹਨੇ ਸਾਰਾ ਕੁਝ ਲਿਖਿਆ, ਉਹਨੂੰ ਉੱਥੇ ਨਹੀਂ ਜਾਣ ਦਿੱਤਾ, ਕਿਉਂਕਿ ਉੱਥੇ ਜਾ ਕੇ ਬਹੁਤ ਵੱਡੀਆਂ ਸੋਧਾਂ ਤੇ ਬਹੁਤ ਸਾਰਾ ਕੁਝ ਕਰਾ ਸਕਦਾ ਸੀ, ਪਰ ਸਾਡੇ ਸਿਸਟਮ ਨੇ ਉਹਨੂੰ ਵੀ ਉੱਥੇ ਜਾਣ ਨਹੀਂ ਦਿੱਤਾ, B.R. ਅੰਬੇਦਕਰ ਨੂੰ ਵੀ। ਉਸ ਤੋਂ ਬਾਅਦ ਅਜੇ ਕੱਲ ਦੀ ਗੱਲ ਹੈ, ਐਰਨ ਲੇਡੀ ਆ ਸਾਡੀ ਮਨੀਪੁਰ ਦੀ, ਉਹਦਾ ਨਾਂ ਹੈਗਾ ਬੀਬੀ ਦਾ ਅਰੋਮ ਸ਼ਰਮੀਲਾ। ਅਰੋਮ ਸ਼ਰਮੀਲਾ 16 ਸਾਲ ਲੋਕਾਂ ਵਾਸਤੇ ਭੁੱਖੀ ਰਹੀ, ਕਿਉਂਕਿ ਉੱਥੇ ਜਿਹੜਾ ਸਪੈਸ਼ਲ ਆਰਮਡ ਐਕਟ ਸੀ, ਜਿਹੜਾ ਫੋਰਸਸ ਨੂੰ, ਸਾਡੀਆਂ ਫੌਜਾਂ ਨੂੰ, ਸਾਡੇ ਉੱਥੇ ਤਾਇਨਾਤ ਜਿਹੜੇ CRP ਵਾਲੇ ਜਾਂ ਦੂਜੀਆਂ ਮਤਲਬ ਇਹਨਾਂ ਦੀਆਂ ਹੈ ਫੋਰਸਾਂ, ਉਹਨਾਂ ਨੂੰ ਇੱਕ ਸਪੈਸ਼ਲ ਅਧਿਕਾਰ ਦਿੰਦਾ ਸੀ ਵੀ ਕਿਸੇ ਨੂੰ ਮਾਰਨ, ਕਿਸੇ ਨੂੰ ਫੜਨ, ਕਿਸੇ ਨੂੰ ਕੁਛ ਕਰਨ, ਤੇ ਇੱਥੋਂ ਤੱਕ ਕਿ ਉਹਨੇ ਉੱਥੇ ਔਰਤਾਂ ਦੇ ਬਲਾਤਕਾਰ ਹੁੰਦੇ ਵੀ ਦੇਖੇ ਰੋਮ ਸ਼ਰਮੀਲਾ ਨੇ। ਸਨ 2000 'ਚ ਉਹ ਭੁੱਖ ਹੜਤਾਲ ਤੇ ਬੈਠੀ ਸਾਡੀ ਐਰਨ ਲੇਡੀ, ਸਪੈਸ਼ਲ ਪਾਵਰ ਐਕਟ ਦੇ ਵਿਰੋਧ 'ਚ, 28 ਸਾਲ ਦੀ ਉਹਦੀ ਉਮਰ ਸੀ। ਰਾਜੇਵਾਲ ਸਾਹਿਬ 2000 ਤੋਂ ਸ਼ੁਰੂ ਹੋਏ ਇਸ ਕਾਨੂੰਨ 'ਚ, ਜਦੋਂ ਇਸ ਕਾਨੂੰਨ ਦੇ ਵਿਰੋਧ 'ਚ ਉਹਨੇ ਜਦੋਂ ਭੁੱਖ ਹੜਤਾਲ ਰੱਖੀ ਤਾਂ ਉਸ ਬੀਬੀ ਨੂੰ ਫੜ ਕੇ ਹਸਪਤਾਲ 'ਚ ਦਾਖਲ ਕਰਵਾਤਾ, ਉਹਦੇ ਤੇ ਮੁਕੱਦਮਾ ਦਰਜ ਕਰਤਾ ਵੀ ਇਹ ਆਤਮ ਹੱਤਿਆ ਕਰਨ ਲੱਗੀ ਸੀ। ਆਤਮ ਹੱਤਿਆ ਦਾ ਮੁਕੱਦਮਾ ਦਰਜ ਹੋਇਆ। ਉਹਦੀ ਜਿਹੜੀ ਜ਼ਿੰਦਗੀ ਹੈ 15,10 ਫੁੱਟ ਦੇ ਕਮਰੇ 'ਚ ਸੀਮਤ ਹੋ ਕੇ ਰਹਿ ਗਈ, 15,10 ਫੁੱਟ ਦੇ ਕਮਰੇ 'ਚ, ਤੇ 16 ਵਰੇ ਲਗਾਤਾਰ ਉਸੇ ਕਮਰੇ 'ਚ ਬੈਠੀ ਸੰਘਰਸ਼ ਕਰਦੀ ਰਹੀ। ਜਦੋਂ ਰਾਜੇਵਾਲ ਸਾਹਿਬ ਬਾਹਰ ਆਈ ਨਾ, ਤੁਸੀਂ ਵੇਖੋ ਉਦੋਂ ਬਾਅਦ ਵਿਧਾਨ ਸਭਾ ਦੀਆਂ ਚੋਣਾਂ ਆ ਗਈਆਂ, ਤੇ ਸਾਡੀ ਇੱਕ ਬੀਬੀ ਜਿਹੜੀ ਕਾਂਗਰਸ ਵੱਲੋਂ ਸੀ, ਉਸ ਬੀਬੀ ਨੇ ਉਸ ਦੇ ਵਿਰੋਧ 'ਚ ਚੋਣ ਲੜੀ ਸੀ। ਕਾਂਗਰਸ ਵਾਲੀ ਬੀਬੀ ਨੇ ਉਸ ਦੇ ਵਿਰੋਧ 'ਚ ਚੋਣ ਲੜੀ ਸੀ। ਉਸ ਬੀਬੀ ਨੇ, ਅਬੋਬੀ ਸਿੰਘ ਸੀ ਉਹਦਾ ਨਾਂ, ਕਾਂਗਰਸ ਦੀ ਬੀਬੀ ਸੀ ਅਬੋਬੀ ਸਿੰਘ, ਉਹਨੂੰ ਵੋਟਾਂ ਮਿਲੀਆਂ ਸੀ 18,649, ਤੇ ਉਹਦੇ ਮੁਕਾਬਲੇ 'ਚ ਅਰੋਮ ਸ਼ਰਮੀਲਾ ਜਿਹੜੀ 16 ਵਰੇ ਸਾਡੀ ਖਾਤਰ ਭੁੱਖ ਹੜਤਾਲ ਤੇ ਬੈਠੀ ਰਹੀ ਨਾ ਰਾਜੇਵਾਲ ਸਾਹਿਬ, ਉਹਦੇ ਖਾਤੇ 'ਚੋਂ ਵੋਟਾਂ ਨਿਕਲੀਆਂ ਸੀ ਸਿਰਫ 95। ਤੁਸੀਂ ਆਪ ਲੇਖਾ ਲਾਓ ਕਿੱਡੀਆਂ ਕਿੱਡੀਆਂ ਕੁਰਬਾਨੀਆਂ ਕਰਨ ਵਾਲੇ ਬੰਦਿਆਂ ਨੂੰ ਅਸਲ 'ਚ ਲੋਕਾਂ ਦਾ ਕਸੂਰ ਨਹੀਂ, ਸਿਸਟਮ ਦਾ ਕਸੂਰ ਹੈ। ਸਿਸਟਮ ਦਾ, ਸਿਸਟਮ ਨਹੀਂ ਜਾਣ ਦੇਣਾ ਚਾਹੁੰਦਾ ਤੁਹਾਨੂੰ ਉੱਥੇ, ਸਿਸਟਮ ਉੱਥੇ ਤੁਹਾਨੂੰ ਜਾਣ ਨਹੀਂ ਦੇਣਾ ਚਾਹੁੰਦਾ। ਇਹ ਸਾਨੂੰ ਯਾਦ ਰੱਖਣੀ ਚਾਹੀਦੀ ਹੈ ਗੱਲ। ਇਸ ਤੋਂ ਬਾਅਦ ਤੁਸੀਂ ਅਜੇ ਕੱਲ ਦੀ ਗੱਲ ਹੀ ਆ, ਪਿਛਲੀਆਂ ਵਿਧਾਨ ਸਭਾ ਚੋਣਾਂ ਦੀ, ਬੀਬੀ ਪਰਮਜੀਤ ਕੌਰ ਖਾਲੜਾ ਖੜ ਗਈ ਵਿਚਾਰੀ, ਕਿੱਡੀ ਖਾਲੜਾ ਦੀ ਹੈਗੀ ਆ ਸਾਡੇ 'ਚ ਉਹਦੀ ਕੁਰਬਾਨੀ। ਲਵਾਰਸ ਲਾਸ਼ਾਂ ਦਾ ਵਾਰਸ ਜਸਵੰਤ ਸਿੰਘ ਖਾਲੜਾ, ਉਹਦੀ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ, ਵਿਧਾਨ ਸਭਾ ਦਾ ਇਲੈਕਸ਼ਨ ਲੜਨ ਵਾਸਤੇ ਉਹਨੇ ਅਪਲਾਈ ਕੀਤਾ, ਉਹਨੇ ਕਾਗਜ਼ ਭਰਤੇ। ਰਾਜੇਵਾਲ ਸਾਹਿਬ
ਉਹ ਕੁੜੀ ਮਾਰ ਬੀਬੀ ਨੇ ਹਰਾਤੀ। ਸਾਰਿਆਂ ਨਾਲੋਂ ਵੱਧ ਤਾਂ ਸਾਨੂੰ ਉਦੋਂ ਦੁੱਖ ਹੋਇਆ ਜਦੋਂ ਬੀਬੀ ਜਗੀਰ ਕੌਰ ਨੇ ਉਹਨੂੰ ਹਰਾਤਾ। ਦੂਜਿਆਂ ਨੇ ਤਾਂ ਚਲੋ ਵੱਖਰੀ ਗੱਲ ਆ, ਜਾਣੀ ਜਗੀਰ ਕੌਰ ਦਾ ਪੱਲਾ ਵੀ ਉਹਦੇ ਨਾਲੋਂ ਭਾਰੀ ਰਿਹਾ। ਇਸ ਗੱਲ ਦਾ ਦੁੱਖ ਹੋਇਆ ਬਹੁਤ ਵੱਡਾ। ਸੋ ਮੈਂ ਉਮਰ 'ਚ ਬਹੁਤ ਛੋਟਾ ਤੁਹਾਡੇ ਨਾਲੋਂ, ਕੋਈ ਰੌਲਾ ਨਹੀਂ। ਤੁਹਾਡਾ ਤਜਰਬਾ ਬੜਾ ਵੱਡਾ, ਤੁਸੀਂ ਪੜ੍ਹਿਆ ਵੀ ਬਹੁਤ ਕੁਝ ਆ, ਇਤਿਹਾਸ ਦੇ, ਸਾਹਿਤ ਦੇ, ਹੋਰ ਸਾਰੇ ਕਾਸੇ ਦੇ, ਕਾਨੂੰਨੀ ਤੌਰ ਤੇ ਜਥੇਬੰਦੀ ਨੂੰ ਖੜੇ ਕਰਨ ਵਾਲੇ ਹੋ ਤੁਸੀਂ। ਸਾਰਾ ਕੁਝ ਤੁਹਾਨੂੰ ਪਤਾ। ਮੈਂ ਤੁਹਾਨੂੰ ਨਹੀਂ ਇਸ ਗੱਲ 'ਚ ਕੋਈ ਸੁਝਾਅ, ਮੇਰਾ ਤਾਂ ਸਿਰਫ ਇੰਨਾ ਹੀ ਆ ਵੀ ਮੇਰੀ ਨਿਗਾਹ 'ਚੋਂ ਜਿਹੜਾ ਮੈਂ ਅਖਾਣ ਲਿਖਿਆ ਮੂਹਰੇ, ਉਹਦੇ ਮੁਤਾਬਕ ਮੇਰਾ ਤਾਂ ਨਜ਼ਰੀਆ ਇਹੀ ਹੈ। ਤੁਸੀਂ 3 ਸਾਥੀ ਸੀ ਜਿਨ੍ਹਾਂ ਨੇ ਤੁਸੀਂ ਜਥੇਬੰਦੀ ਸ਼ੁਰੂ ਕੀਤੀ ਆ ਤੇ ਜਥੇਬੰਦੀ ਬਣਾਈ ਆ। ਉਹਨਾਂ ਤਿੰਨਾਂ 'ਚ ਭੁਪਿੰਦਰ ਸਿੰਘ ਮਾਨ ਸੀ, ਉਹਨਾਂ 'ਚ ਸਾਡੇ ਲਖੋਵਾਲ ਸਾਹਿਬ ਸੀ, ਤੇ ਉਹਨਾਂ 'ਚ ਸਾਡੇ ਰਾਜੇਵਾਲ ਸਾਹਿਬ ਸੀ। ਰਾਜੇਵਾਲ ਸਾਹਿਬ ਹੁਣ ਤੱਕ ਜੇਕਰ ਝੰਡੀ ਉੱਚੀ ਕਰਕੇ ਖਲੋਂਦੇ ਰਹੇ ਆ ਤਾਂ ਇਸੇ ਕਰਕੇ ਖਲੋਂਦੇ ਰਹੇ ਆ ਕਿਉਂਕਿ ਉਹ ਵਿਧਾਨ ਸਭਾ ਦੀਆਂ ਪੌੜੀਆਂ ਵੀ ਨਹੀਂ ਚੜ੍ਹੇ ਤੇ ਉਹਨਾਂ ਦੇ ਕੋਈ ਸਰਕਾਰੀ ਅਹੁਦਾ ਨਹੀਂ ਲਿਆ। ਇਸੇ ਕਰਕੇ ਤੁਹਾਡੇ ਲੋਕ ਕਦਮਾਂ ਤੇ ਇਹ ਫੁੱਲ ਵਿਛਾਉਂਦੇ ਰਹੇ ਆ। ਲਖੋਵਾਲ ਨੂੰ ਕਿਸੇ ਨੇ ਬੋਲਣ ਨਹੀਂ ਦਿੱਤਾ ਉੱਥੇ ਦਿੱਲੀ, ਜੇ ਬੋਲਣ ਦਿੱਤਾ ਤਾਂ ਦੱਸ ਦਿਓ। ਕਿਸੇ ਨੇ ਸਟੇਜ ਤੇ ਚੜ੍ਹਿਆ ਸੀ, ਸਟੇਜ ਤੇ ਚੜੇ ਨੂੰ ਥੱਲੋਂ ਲੋਕਾਂ ਨੇ ਚੀਕਾਂ ਮਾਰਤੀਆਂ, ਨਾਲੇ ਉਹਦਾ ਮੁੰਡਾ ਵਿੱਚ ਖੜਾ ਸੀ। ਚੀਕਾਂ ਮਾਰਤੀਆਂ ਲੋਕਾਂ ਨੇ, ਕਿਉਂ? ਕਿਉਂਕਿ ਮਲਾਈ ਖਾ ਚੁੱਕਾ ਸੀ। ਮਲਾਈ ਖਾਧੀ ਨੂੰ ਲੋਕਾਂ ਨੇ ਹਜ਼ਮ ਨਹੀਂ ਕੀਤਾ, ਪਰ ਲੋਕ ਚੁਣਨ ਵੇਲੇ ਜ਼ਰੂਰ ਧੋਖਾ ਖਾ ਜਾਂਦੇ ਆ। ਇਸ ਗੱਲ ਦੀ ਵੀ ਇੱਕ ਸਾਨੂੰ ਲੈਣਾ ਚਾਹੀਦਾ। ਦੂਜਾ, ਭੁਪਿੰਦਰ ਸਿੰਘ ਮਾਨ ਰਾਜ ਸਭਾ ਦੀਆਂ ਪੌੜੀਆਂ ਚੜ੍ਹ ਗਿਆ। ਹੁਣ ਵਾਲੇ ਇਹਨਾਂ ਕਾਨੂੰਨਾਂ ਵੇਲੇ ਉਸ 4 ਮੈਂਬਰੀ ਕਮੇਟੀ ਦਾ ਮੈਂਬਰ ਬਣ ਗਿਆ, ਜਿਹੜੀ ਨੇ ਇਹਦੇ ਤੇ ਨਜ਼ਰਸਾਨੀ ਕਰਨੀ ਸੀ, ਜਿਹੜੀ ਸੁਪਰੀਮ ਕੋਰਟ ਦੇ ਆਦੇਸ਼ਾਂ ਤੇ ਬਣੀ ਸੀ। ਉਹਦੇ 'ਚ ਵੀ ਉਹ ਬੰਦਾ ਰਾਜੀ ਸੀ, ਪਰ ਕਿਉਂਕਿ ਉਹਦਾ ਸਾਰਾ ਗਰੁੱਪ ਤੇ ਉਹਨਾਂ ਦੇ ਘਰ ਦੇ, ਉਹਨਾਂ ਨੇ ਉਹਨੂੰ ਲਾਹਣਤਾਂ ਪਾਈਆਂ। ਓਏ ਲਾਹਣਤੀਆ, ਹੁਣ ਤੂੰ ਬੁੱਢਾ ਹੋਇਆ, ਕਬਰ 'ਚ ਜਾ ਕੇ ਤੂੰ ਇਹ ਦੂਸ਼ਣ ਖੱਟਣ ਲੱਗਾ, ਜਾਣ ਦੇ। ਚਲੋ ਸ਼ਾਬਾਸ਼, ਉਹਦੇ ਉਹ ਪਿੱਛੇ ਹਟ ਗਿਆ। ਪਰ ਰਾਜੇਵਾਲ ਸਾਹਿਬ, ਮੈਂ ਤੁਹਾਨੂੰ ਇਹੋ ਜਿਹੀ ਗੱਲ ਤਾਂ ਨਹੀਂ ਕੋਈ ਕਹਿੰਦਾ ਜਿਹੜੀ ਤੁਹਾਨੂੰ ਦੁਖੇ, ਪਰ ਇੰਨੀ ਗੱਲ ਜ਼ਰੂਰ ਕਹੂੰਗਾ ਵੀ ਵਿਧਾਨ ਸਭਾ ਦੀਆਂ ਪੌੜੀਆਂ ਜਿਹੜੀਆਂ ਨਾ, ਇਹ ਮੇਰੀ ਨਿਗਾਹ 'ਚ ਸੰਯੁਕਤ ਸਮਾਜ ਮੋਰਚੇ ਦੇ ਬਹੁਤੇ ਬੰਦਿਆਂ ਨੂੰ ਚੜ੍ਹਨ ਨਹੀਂ ਦੇਣੀਆਂ ਕਿਸੇ ਨੇ। ਸਿਸਟਮ ਬੜਾ ਭ੍ਰਸ਼ਟ ਹੈ, ਇਸ ਸਿਸਟਮ ਨੂੰ ਬਦਲਣਾ ਪੈਣਾ। ਇਹਦਾ ਬਦਲਾਵ ਤੁਸੀਂ ਉਹੀ ਗਰੁੱਪ ਜਿਹੜਾ ਦਬਾਅ ਵਾਲਾ ਗਰੁੱਪ ਸੀ ਜੇ ਰੱਖਦੇ ਚੰਗਾ ਸੀ। ਚਲੋ ਕਰ ਤੁਹਾਡੀ ਮਰਜ਼ੀ ਆ। ਇਸ ਦੇ ਸੰਬੰਧ 'ਚ ਅਸੀਂ ਪੌੜੀਆਂ ਚੜਾਈਆਂ ਕਿੰਨਾ ਨੂੰ ਆ, ਉਹਦੇ ਬਾਰੇ ਵੀ ਆਪਾਂ ਜ਼ਿਕਰ ਕਰਦੇ ਹਾਂ ਵੀ ਅਸੀਂ ਪੌੜੀਆਂ ਚੜਾਈਆਂ ਕਿੰਨਾ ਨੂੰ ਆ। ਸਭ ਤੋਂ ਪਹਿਲਾਂ ਮੈਂ ਗੱਲ ਕਰਦਾ ਸੁੰਦਰ ਸਿੰਘ ਮਜੀਠੀਆ ਦੀ। ਸੁੰਦਰ ਸਿੰਘ ਮਜੀਠੀਆ ਨੂੰ ਤੁਸੀਂ ਵੀ ਜਾਣਦੇ ਆ, ਜੇਕਰ ਨਹੀਂ ਜਾਣਦਾ ਨਵਾਂ ਯੂਥ ਤਾਂ ਆਪਾਂ ਉਹਨਾਂ ਦੀ ਔਲਾਦ ਬਾਰੇ ਦੱਸ ਦਿੰਦੇ ਆ। ਉਹਨਾਂ ਦੀ ਔਲਾਦ ਹੈ ਜਿਹੜੀ ਸੁੰਦਰ ਸਿੰਘ ਮਜੀਠੀਆ ਦੀ, ਉਹ ਇਸ ਵੇਲੇ ਮੂਰਲੀਆਂ ਸਫਾਂ 'ਚ ਹੈ। ਉਹਦੇ 'ਚ ਸਰਦਾਰ ਬਿਕਰਮ ਸਿੰਘ ਮਜੀਠੀਆ, ਬੀਬੀ ਹਰਸਿਮਰਤ ਕੌਰ ਬਾਦਲ, ਇਹ ਉਹਨਾਂ ਦੇ ਪਰਿਵਾਰ 'ਚੋਂ ਹੈ। ਸੁੰਦਰ ਸਿੰਘ ਮਜੀਠੀਆ ਨੇ 1919 'ਚ ਵਿਸਾਖੀ ਵਾਲੇ ਦਿਨ ਲਾਸ਼ਾਂ ਦਾ ਢੇਰ ਲਾਉਣ ਵਾਲੇ ਜਨਰਲ ਡਾਇਰ ਨੂੰ ਲੰਗਰ ਛਕਾਇਆ ਸੀ ਉਸੇ ਦਿਨ, ਜਿਹਨੇ ਉੱਥੇ ਲਾਸ਼ਾਂ ਦੇ ਢੇਰ ਲਾਏ ਸੀ। ਤੇ ਖੂਨੀ ਸਾਕੇ ਦੇ ਇਸ ਦੇ ਬਦਲੇ 'ਚ ਅੰਗਰੇਜ਼ਾਂ ਨੇ ਇਤਿਹਾਸਕਾਰ BN ਦੱਤਾ ਅਨੁਸਾਰ ਮਜੀਠੀਆ ਨੂੰ ਕ੍ਰਾਂਤੀਕਾਰੀਆਂ ਦੇ ਵਿਰੋਧ ਕਰਨ ਕਰਕੇ ਸਰਦਾਰ ਬਹਾਦਰ ਦੇ ਖਿਤਾਬ ਨਾਲ ਨਵਾਜਿਆ ਸੀ। ਬਹੁਤ ਵੱਡੀ ਜ਼ਮੀਨ ਜਾਇਦਾਦ ਦਿੱਤੀ, ਨਾਲ ਹੀ ਉੱਤਰ ਪ੍ਰਦੇਸ਼ ਦੇ ਗੋਰਖਪੁਰ ਜ਼ਿਲ੍ਹੇ 'ਚ ਜ਼ਮੀਨ ਦਿੱਤੀ, ਨਾਲੇ ਪੈਨਸ਼ਨ ਦਿੱਤੀ ਉਸ ਸੁੰਦਰ ਸਿੰਘ ਮਜੀਠੀਆ ਨੂੰ। ਉਹ ਸੁੰਦਰ ਸਿੰਘ ਮਜੀਠੀਆ ਦਾ ਪੋਤਾ ਪੋਤਰੀ ਅਸੀਂ ਲੋਕ ਸਭਾ 'ਚ ਵੀ ਭੇਜੇ ਆ, ਵਿਧਾਨ ਸਭਾ 'ਚ ਵੀ ਭੇਜੇ ਆ, ਦੋਨੇ ਹਰਾਏ ਵੀ ਕਦੇ ਨਹੀਂ। ਇਹ ਆ ਉਹਨਾਂ ਦਾ ਪਿਛੋਕੜ। ਨਨਕਾਣਾ ਸਾਹਿਬ ਦੇ ਸਾਕੇ ਲਈ ਇਸ ਨੂੰ ਲਾਹੌਰ ਡਿਵੀਜ਼ਨ ਦੇ ਤਤਕਾਲੀ ਕਮਿਸ਼ਨਰ CM ਕਿੰਗ, JW ਬੌਰੀ, MP ਮਹੰਤ ਦੇਵੀਦਾਸ, ਬਸੰਤ ਦਾਸ ਸਮੇਤ ਦੋਸ਼ੀ ਮੰਨਿਆ ਸੀ ਸੁੰਦਰ ਸਿੰਘ ਮਜੀਠੀਆ ਨੂੰ। ਤੁਹਾਨੂੰ ਮੇਰੇ ਨਾਲੋਂ ਇਸ ਗੱਲ ਦਾ ਜ਼ਿਆਦਾ ਪਤਾ। ਮੈਂ ਇਹ ਨਹੀਂ ਕਹਿ ਸਕਦਾ ਵੀ ਤੁਹਾਨੂੰ ਪਤਾ ਨਹੀਂ, ਤੁਸੀਂ ਸਭ ਕੁਝ ਜਾਣਦੇ ਹੋ, ਤੁਹਾਨੂੰ ਪਤਾ। ਅਗਲੀ ਗੱਲ, ਮਾਰਚ 1937 'ਚ ਅਕਾਲੀਆਂ ਨੇ ਵੀ ਸੁੰਦਰ ਸਿੰਘ ਮਜੀਠੀਆ ਤੇ ਉਸ ਦੀ ਪਾਰਟੀ ਨੂੰ ਪੰਥ ਦੇ ਗਦਾਰ ਐਲਾਨਤਾ ਸੀ
ਕੀ ਅਸੀਂ ਉਹਨਾਂ ਦਾ ਇਹ ਗਦਾਰੀ ਵਾਲਾ ਜਿਹੜਾ ਖਿਤਾਬ ਸੀ, ਗਦਾਰੀ ਵਾਲਾ ਜਿਹੜਾ ਉਹਨਾਂ ਤੇ ਲੱਗਾ ਹੋਇਆ ਠੱਪਾ ਸੀ, ਉਹਨੂੰ ਧਿਆਨ 'ਚ ਰੱਖ ਕੇ ਅਸੀਂ ਉਹਨੂੰ ਰੋਕਿਆ? ਅਸੀਂ ਸਗੋਂ ਉਹਨੂੰ ਵਿਧਾਨ ਸਭਾ 'ਚ ਭੇਜਤਾ, ਲੋਕ ਸਭਾ 'ਚ ਭੇਜਤਾ। ਇਸ ਗਦਾਰੀ ਦੇ ਰੁਤਬਾ ਪਾਉਣ ਵਾਲੇ ਮਜੀਠੀਆ ਪਰਿਵਾਰ ਨੂੰ ਕੀ ਸਜ਼ਾ ਦੇਤੀ ਅਸੀਂ? ਕੋਈ ਸਜ਼ਾ ਨਹੀਂ ਦਿੱਤੀ, ਨਾ ਸਜ਼ਾ ਦੇਣ ਸਾਡਾ ਸਮਾਜ ਸਿੱਖਿਆ। ਕਿਉਂ? ਕਿਉਂਕਿ ਜਿਹੜੇ ਪਰਿਵਾਰ ਹੈ ਇਹ ਸਰਮਾਇਆ ਇਕੱਠਾ ਕਰਕੇ, ਬਹੁਤ ਵੱਡਾ ਸਰਮਾਇਆ ਅੰਗਰੇਜ਼ਾਂ ਤੋਂ ਮਿਲਿਆ ਹੋਇਆ ਉਹਨਾਂ ਤੋਹਫਿਆਂ ਤੇ ਜਗੀਰਾਂ ਦੀ ਵਜ੍ਹਾ ਨਾਲ, ਤੇ ਜਿਹੜਾ ਬਾਅਦ ਦਾ ਲੋਕਤੰਤਰ ਹੈ ਇਹ ਸਰਮਾਏ ਨਾਲ ਜੁੜ ਗਿਆ। ਸਰਮਾਏ ਨਾਲ ਸਾਰਾ ਕੁਝ ਖਰੀਦਿਆ ਜਾ ਸਕਦਾ। ਥੋੜੀ ਤਾਂ ਟੱਕਰ ਹੀ ਉਹਨਾਂ ਦੇ ਨਾਲ ਰਹੀ ਆ ਜਿਹੜੇ ਇਸ ਸਿਸਟਮ ਨੂੰ ਪਿੱਛੋਂ ਚਲਾਉਂਦੇ ਆ। ਉਹ ਰਾਜੇਵਾਲ ਸਾਹਿਬ ਨੂੰ ਕਿਵੇਂ ਜਾਣ ਦੇ ਦੇਣਗੇ ਉੱਥੇ, ਮੈਨੂੰ ਦੱਸ ਦਿਓ। ਉਹ ਟੌਟਾਂ ਦੀਆਂ ਔਲਾਦਾਂ ਨੂੰ ਲਿਜਾਣਗੇ ਕਿਉਂਕਿ ਉਹਨਾਂ ਦੇ ਲਹੂ 'ਚ ਉਹ ਟੌਟੀ ਪੁਣਾ, ਉਹ ਗਦਾਰੀ ਪਈ ਹੈ। ਉਹਨਾਂ ਕੋਲੋਂ ਉਹ ਗਦਾਰੀ ਜਦੋਂ ਮਰਜ਼ੀ ਕਰਵਾ ਸਕਦੇ ਆ। ਇਸ ਮਜੀਠੀਏ, ਸੁੰਦਰ ਸਿੰਘ ਮਜੀਠੀਏ ਦੀ ਪੋਤਰੀ ਨੇ ਕਿਹਾ ਸੀ ਬੜੇ ਚੰਗੇ ਆ ਕਾਨੂੰਨ, ਜੇ ਨਹੀਂ ਕਿਹਾ ਸੀ ਤਾਂ ਦੱਸ ਦਿਓ। ਸਲਾਉਂਦੀ ਰਹੀ ਹੈ ਇਹਨਾਂ ਨੂੰ। ਇਹੋ ਜਿਹੇ ਗਦਾਰਾਂ ਦੀ ਉਹਨਾਂ ਨੂੰ ਲੋੜ ਆ, ਇਸ ਕਰਕੇ ਭੇਜਦੇ ਆ। ਉਹ ਵਿਜੇ ਰਾਜੇ ਸਿੰਧੀਆ ਮੱਧ ਪ੍ਰਦੇਸ਼ ਵਾਲਾ ਲਾ ਲਓ, ਜਾਂ ਰਾਜਸਥਾਨ ਦੀ ਉਹ ਬੀਬੀ ਮੁੱਖ ਮੰਤਰੀ ਲਾ ਲਓ, ਰਜਵਾੜਾ ਸ਼ਾਹੀ ਪਰਿਵਾਰ ਚੋਂ ਹੈ। ਉਹ ਪਹਿਲਾਂ ਵੀ ਰਾਜੇ ਸੀ ਤੇ ਅੱਜ ਵੀ ਰਾਜੇ ਹੈ। ਅਸੀਂ ਵੋਟਾਂ ਨਾਲ ਉਹਨਾਂ ਨੂੰ ਹਰਾ ਨਹੀਂ ਸਕੇ। ਅੱਗੇ ਆਪਾਂ ਗੱਲ ਕਰਦੇ ਹਾਂ ਹੁਣ ਬਾਦਲ ਪਰਿਵਾਰ ਦੀ। ਪ੍ਰਕਾਸ਼ ਸਿੰਘ ਬਾਦਲ ਦੇ ਦਾਦਾ ਰਣਜੀਤ ਸਿੰਘ ਨੇ ਜੈਤੂ ਵਾਲੇ ਮੋਰਚੇ 'ਚ ਸਿੱਖਾਂ ਨੂੰ ਲੰਗਰ ਛਕਾਉਣ ਦਾ ਸੱਦਾ ਦੇ ਕੇ, ਲੰਗਰ 'ਚ ਕੀ ਕੁਛ ਕੀਤਾ ਸੀ, ਕਿਵੇਂ ਕੀਤਾ ਸੀ, ਤੁਹਾਨੂੰ ਸਾਰਿਆਂ ਨੂੰ ਪਤਾ ਹੈ। 70 ਸਿੰਘ ਸ਼ਹੀਦ ਹੋ ਗਏ ਸੀ, 70। ਤੇ ਬਾਕੀ ਦਿਆਂ ਦਾ ਇਲਾਜ ਮਲੋਟ ਤੇ ਆਸੇ-ਪਾਸੇ ਦੇ ਸ਼ਹਿਰਾਂ ਦੇ ਹਕੀਮਾਂ ਨੇ ਤੇ ਵੈਦਾਂ ਨੇ ਚੋਰੀ ਕੀਤਾ ਸੀ ਅੰਗਰੇਜ਼ ਸਰਕਾਰ ਤੋਂ। ਉਹਨਾਂ ਨੂੰ ਸਾਰਿਆਂ ਨੂੰ ਉਲਟੀਆਂ ਟੱਟੀਆਂ ਲੱਗੀਆਂ ਸੀ ਕਿਉਂਕਿ ਖਾਣੇ 'ਚ ਕੋਈ ਇਹੋ ਜਿਹੀ ਚੀਜ਼ ਮਿਲਾਤੀ ਸੀ। ਤੇ ਇਹਨਾਂ ਨੂੰ ਵੀ ਬਾਦਲ ਪਰਿਵਾਰ ਨੂੰ ਇਹਦੇ ਸੰਬੰਧ 'ਚ ਮਿਲਿਆ ਕੀ ਸੀ? 12ਵਾਂ ਜੱਥਾ ਸੀ ਇਹ ਜੈਤੋ ਦੇ ਮੋਰਚੇ ਦਾ, 12ਵਾਂ ਜੱਥਾ ਜਿਹੜਾ ਗ੍ਰਿਫਤਾਰੀ ਦੇਣ ਜਾ ਰਿਹਾ ਸੀ, ਜਿਨ੍ਹਾਂ ਨੂੰ ਇਹਨਾਂ ਨੇ ਲੰਗਰ ਛਕਾਇਆ ਸੀ। ਇਸੇ ਬਦਲੇ ਅੰਗਰੇਜ਼ਾਂ ਨੇ ਵਿਰੋਧਕ ਪਰਿਵਾਰ ਨੂੰ ਜਗੀਰਾਂ ਦੇਤੀਆਂ ਸੀ। ਇਸ ਪਰਿਵਾਰ ਨੂੰ ਜਗੀਰਾਂ ਦੇਤੀਆਂ, ਬਾਦਲ ਸਾਹਿਬ ਪਰਿਵਾਰ ਨੂੰ ਜਗੀਰਾਂ ਦਿੱਤੀਆਂ। ਇਤਿਹਾਸ ਗਵਾਹ ਕਿ ਇਹਨਾਂ ਦੇ ਜ਼ਮੀਨਾਂ ਦਾ ਕੁਰਸੀਨਾਮਾ ਅੱਜ ਵੀ ਤੁਸੀਂ ਜਾ ਕੇ ਲਾਹੌਰੋਂ ਦੇਖ ਸਕਦੇ ਹੋ ਵੀ ਉਹ ਜ਼ਮੀਨਾਂ ਦਿੱਤੀਆਂ ਹੋਈਆਂ ਕਿ ਨਹੀਂ। ਲਾਹੌਰ ਦੇ ਮਾਲ ਵਿਭਾਗ 'ਚ ਇਹਨਾਂ ਦਾ ਕੁਰਸੀਨਾਮਾ ਪਿਆ ਹੈ। ਰਾਜੇਵਾਲ ਸਾਹਿਬ, ਤੁਹਾਡੇ ਵਰਗੇ ਲੜਾਕਿਆਂ ਦੀਆਂ ਅੰਗਰੇਜ਼ ਰਾਜ 'ਚ ਕੁਰਕੀਆਂ ਹੁੰਦੀਆਂ ਤਾਂ ਅਸੀਂ ਵੇਖੀਆਂ। ਕੁਰਕੀਆਂ ਹੋਈਆਂ, ਸਭ ਦੀਆਂ ਜ਼ਮੀਨਾਂ ਘਟੀਆਂ ਵਧੀਆਂ ਨਹੀਂ। ਉਹਨਾਂ ਦੇ ਜ਼ਬਤ ਹੋਏ ਆ ਸਾਰੇ, ਜਿਹੜਾ ਉਹਨਾਂ ਦਾ ਸਰਮਾਇਆ ਸੀ। ਡੰਗਰ ਵੀ ਇੱਥੋਂ ਤੱਕ ਖੋਲ ਜਾਂਦੀ ਸੀ ਸਰਕਾਰ, ਵੱਢ ਜਾਂਦੀ ਸੀ ਰੱਸੇ। ਅਸੀਂ ਵੇਖਦੇ ਰਹੇ ਆ, ਛੋਟੇ ਹੁੰਦੇ ਸੀ ਭਾਵੇਂ, ਜਦੋਂ ਮਤਲਬ ਸਾਡੇ ਪਿੰਡ ਚੌਂਕੀ ਹੁੰਦੀ ਸੀ, ਦੌਦਰ ਧਾਮ ਹੈ, ਦੌਦਰ ਚੌਂਕੀ ਹੁੰਦੀ ਸੀ। ਜੇ ਕੋਈ ਉੱਥੇ ਕਿਸੇ ਕਿਸਮ ਦੀ ਕੋਈ ਖਨਾਮੀ ਕਰਦਾ ਸੀ, ਮਾੜੀ ਮੋਟੀ ਕੋਈ ਸਰਕਾਰ ਦੇ ਵਿਰੋਧ 'ਚ ਬੋਲਦਾ ਸੀ, ਤਾਂ ਉਸ ਬੰਦੇ ਨੂੰ ਬਹੁਤ ਵੱਡੇ ਤਸੀਹੇ ਦਿੱਤੇ ਜਾਂਦੇ ਸੀ। ਸੋ ਇਹ ਹੈ ਪਿਛਲਾ ਇਤਿਹਾਸ ਸਾਰਾ। ਇਹਨਾਂ ਦੀਆਂ ਜਾਇਦਾਦਾਂ ਜਰਬਾਂ ਖਾਂਦੀਆਂ ਰਹੀਆਂ ਤੇ ਜਿਹੜੇ ਸਾਡੀ ਖਾਤਰ ਲੜਦੇ ਸੀ ਉਹਨਾਂ ਦੀਆਂ ਕੁਰਕੀਆਂ ਹੁੰਦੀਆਂ ਰਹੀਆਂ। ਇਹ ਸਾਡੇ ਸਾਰਿਆਂ ਦੇ ਇਤਿਹਾਸ 'ਚ ਦਰਜ ਹੈ, ਕੋਈ ਨਵਾਂ ਨਹੀਂਗਾ। ਹੁਣ ਆਪਾਂ ਕਰਦੇ ਹਾਂ ਕੈਪਟਨ ਦੀ ਗੱਲ। ਅਸੀਂ ਇਸ ਗਦਾਰ ਪਰਿਵਾਰ ਨੂੰ, ਬਾਦਲ ਪਰਿਵਾਰ ਨੂੰ, ਰਣਜੀਤ ਸਿੰਘ ਜੀ ਨੇ ਇਹ ਕੁਛ ਕੀਤਾ, ਉਹਦੇ ਲਾੜੇ ਨੂੰ 5 ਵਾਰੀ ਮੁੱਖ ਮੰਤਰੀ ਬਣਾਤਾ ਤੇ ਮੁੰਡਾ ਵੀ ਲੈਣ 'ਚ ਬੈਠਾ ਮੁੱਖ ਮੰਤਰੀ ਦੀ 'ਚ। ਤੇ ਗਾਂ ਪੋਤਰੇ ਨੂੰ ਵੀ ਪ੍ਰਪੋਜ਼ ਕਰਤਾ ਇਹਨਾਂ ਨੇ। ਪੋਤਰੇ ਨੂੰ ਵੀ 2-3 ਵਾਰੀ ਲਿਆ ਚੁੱਕੇ ਆ ਆਪਦੇ ਉਸ ਜਿਹੜੀ ਸਟੇਜ ਹੁੰਦੀ ਆ, ਸਟੇਜ ਤੇ ਉਹਨੂੰ ਵੀ ਨਾਲ ਦੀ ਨਾਲ ਲੈਣ 'ਚ ਲਾਇਆ ਹੋਇਆ। ਕੀ ਕੀਤਾ ਹੁਣ ਤੱਕ ਰਾਜੇਵਾਲ ਸਾਹਿਬ? ਅਗਲੀ ਗੱਲ ਕਰਦੇ ਆਪਾਂ ਫਿਰ ਕੈਪਟਨ ਅਮਰਿੰਦਰ ਸਿੰਘ ਦੀ। ਕੈਪਟਨ ਅਮਰਿੰਦਰ ਸਿੰਘ ਦੇ ਜਿੰਨੇ ਵੀ ਹੁਣ ਤੱਕ ਪਿਓ ਦਾਦੇ ਸੀ, ਆਲਾ ਸਿੰਘ ਤੋਂ ਲੈ ਕੇ ਅਮਰ ਸਿੰਘ ਤੋਂ ਲੈ ਕੇ ਉਸ ਤੋਂ ਅਗਲੇ ਰਾਜੇ ਜਿੰਨੇ ਵੀ ਉੱਥੇ ਬਣੇ ਆ ਹੁਣ ਤੱਕ, ਉਹਨਾਂ ਰਾਜਿਆਂ ਦਾ ਪਿਛੋਕੜ ਸਾਨੂੰ ਸਾਰਿਆਂ ਨੂੰ ਪਤਾ ਕਿਹਦੇ ਨਾਲ ਰਲਦਾ ਰਿਹਾ। ਉਹਨਾਂ ਦੇ ਸਾਰੇ ਰਾਜੇ, ਜਿਹੜੇ ਇਹਦੇ ਦਾਦੇ, ਇਹਦੇ ਪੜਦਾਦੇ, ਇਹਦੇ ਛੜਦਾਦੇ ਲਗਾਤਾਰ ਅੰਗਰੇਜ਼ਾਂ ਦੀ ਸਪੋਰਟ ਕਰਦੇ ਰਹੇ ਆ।
ਜੇ ਨਹੀਂ ਕਰਦੇ ਰਹੇ ਤਾਂ ਦੱਸ ਦਿਓ। ਅੰਗਰੇਜ਼ਾਂ ਨੂੰ ਸਹਾਇਤਾ ਦਿੰਦੇ ਰਹੇ ਆ। ਜਦੋਂ ਵੀ ਕਦੇ ਖਾਲਸਿਆਂ ਦੀ ਲੋੜ ਪਈ ਇਸ ਪਰਿਵਾਰ ਨੂੰ ਤਾਂ ਖਾਲਸਿਆਂ ਨੂੰ ਬਾਜਾਂ ਮਾਰ ਕੇ ਆਪਦਾ ਰਾਜ ਵਧਾਉਂਦੇ ਰਹੇ। ਪਰ ਜਦੋਂ ਕਦੇ ਖਾਲਸਿਆਂ ਨੂੰ ਇਸ ਪਰਿਵਾਰ ਦੀ ਲੋੜ ਪਈ ਤਾਂ ਵਿਰੋਧੀਆਂ ਦੇ ਪਲੜੇ 'ਚ ਬਹਿੰਦੇ ਰਹੇ ਆ ਜਾ ਕੇ। ਇਹ ਹੈ ਕੈਪਟਨ ਪਰਿਵਾਰ। ਉਹਨੂੰ ਵੀ ਅਸੀਂ 2 ਵਾਰੀ ਮੁੱਖ ਮੰਤਰੀ ਬਣਾਇਆ। ਸਾਡਾ ਹਾਲੇ ਤੱਕ ਸਮਝ ਦਾ ਨਜ਼ਰੀਆ ਇੱਥੇ ਕੀ ਪਿਆ, ਇੰਨਾ ਕਿ ਅਸੀਂ ਹੁਣ ਤੱਕ ਜਾਣਦੇ ਹਾਂ ਜਿਹੜਾ ਕੁਛ ਅਸੀਂ ਕੀਤਾ ਤੇ ਜਿਹੜਾ ਕੁਛ ਅਸੀਂ ਕਮਾਇਆ ਤੇ ਜਿਹੜਾ ਕੁਛ ਇਤਿਹਾਸ 'ਚ ਦਰਜ ਹੈ। ਰਾਜੇਵਾਲ ਸਾਹਿਬ, ਮੈਨੂੰ ਲੱਗਦਾ ਵੀ ਹਾਲੇ ਅਸੀਂ ਗਲਤੀ ਕਰ ਰਹੇ ਹਾਂ। ਹਜੇ ਲੋਕਾਂ ਦਾ ਪੱਧਰ ਉੱਥੇ ਨਹੀਂ ਗਿਆ। ਹਲੇ ਸਾਨੂੰ ਰੁਕਣ ਦੀ ਲੋੜ ਸੀ। ਮੈਂ ਕੋਈ ਬਹੁਤੇ ਸੁਝਾਅ ਤਾਂ ਤੁਹਾਨੂੰ ਨਹੀਂ ਦੇ ਸਕਦਾ। ਆਪਾਂ ਹੋਰ ਗੱਲ ਕਰਦੇ ਹਾਂ। ਅਗਲੀ ਗੱਲ ਜਿਹੜੀ ਕੋਈ ਹੋਰ ਇਹੋ ਜਿਹੇ ਪਰਿਵਾਰਾਂ ਦੀ ਕਰਨ ਵਾਲੀ ਹੈ। ਰਾਜੇਵਾਲ ਸਾਹਿਬ, ਜਿਹੜਾ ਇਸ ਵੇਲੇ ਸੰਘੀ ਲਾਣਾ ਸਾਡੇ ਤੇ ਕਾਬਜ਼ ਆ, ਜਿਨ੍ਹਾਂ ਨੇ ਕਾਨੂੰਨ ਬਣਾਏ ਸੀ, ਉਹ ਸਾਵਰਕਰ ਦੀ ਔਲਾਦ। ਉਹ ਔਲਾਦ ਨੇ ਇੱਕ ਵੀ ਕੁਰਬਾਨੀ ਨਹੀਂ ਕੀਤੀ। ਇੱਕ ਵੀ ਗਿਣ ਜੋ ਕੁਰਬਾਨੀ ਦੱਸ ਦਿਓ, ਇੱਕ ਵੀ ਜੇ ਕੀਤੀ ਹੋਵੇ। ਜਿਹੜਾ ਜੇਲ੍ਹ 'ਚ ਗਿਆ ਸੀ ਉਹਨਾਂ ਦਾ ਇੱਕ ਬੰਦਾ, ਉਹ ਵੀ ਮਾਫੀਆਂ ਮੰਗ ਕੇ ਬਾਹਰ ਆਇਆ। ਤੇ ਹੋਰ ਕੁਰਬਾਨੀ ਉਹਨਾਂ ਕੋਲੇ ਗਿਣਾਉਣ ਯੋਗ ਇੱਕ ਵੀ ਹੈ ਨਹੀਂ। ਸਾਰੇ ਇਤਿਹਾਸ 'ਚ ਅੰਗਰੇਜ਼ਾਂ ਦਾ ਸਾਥ ਦਿੰਦੇ ਰਹੇ। ਉਹ ਇਸ ਵੇਲੇ ਕਾਬਜ਼ ਆ ਸਾਡੇ ਤੇ ਹੁਕਮ ਚਲਾਉਣ ਵਾਲੇ ਉਹ ਆ। ਕਿਉਂ? ਕਿਉਂਕਿ ਜਿਹੜਾ ਪਿਛਲਾ ਸਿਸਟਮ ਹੈ ਨਾ, ਜਿਹਨੇ ਇਹਨੂੰ ਪਰਖ ਲਿਆ ਸੀ, ਗੁਜਰਾਤ ਦੇ ਮੁੱਖ ਮੰਤਰੀ ਹੁੰਦਿਆਂ ਉਸ ਸਿਸਟਮ ਨੇ ਇਹਨੂੰ ਪਰਖ ਲਿਆ ਸੀ। ਉਹ ਪਰਖਿਆ ਕਰਕੇ ਇਹਨੂੰ ਲਿਆਂਦਾ ਇਹਨਾਂ ਨੇ ਮੈਦਾਨ 'ਚ, ਪਰਖਿਆ ਕਰਕੇ ਪ੍ਰਧਾਨ ਮੰਤਰੀ ਬਣਾਇਆ। ਉਸੇ ਸਿਸਟਮ ਨੇ ਬਣਾਇਆ। ਸਾਨੂੰ ਇਹ ਵੀ ਪਤਾ, ਜਦੋਂ ਸਾਡੇ ਜਿਹੜਾ ਇਲੈਕਸ਼ਨ ਕਮਿਸ਼ਨਰ ਸੀ ਲਿੰਗ-2, ਉਹਨੇ ਕਿਤਾਬ ਲਿਖੀ ਹੈ ਇੱਕ। ਉਸ ਕਿਤਾਬ 'ਚ ਉਹਨੇ ਮਨਮੋਹਨ ਸਿੰਘ ਦਾ ਇੱਕ ਜ਼ਿਕਰ ਕੀਤਾ। ਜਦੋਂ ਮਨਮੋਹਨ ਸਿੰਘ ਨੂੰ ਵਿੱਤ ਮੰਤਰੀ ਬਣਾਇਆ, ਵਿੱਤ ਮੰਤਰੀ ਬਣਾਉਣ ਵੇਲੇ ਜਿਹੜੀ ਚਿੱਠੀ ਨੂੰ ਡੋਸ ਕਰਕੇ ਭਾਰਤ ਸਰਕਾਰ ਨੂੰ ਲਾਗੂ ਕਰਨ ਵਾਸਤੇ ਮਨਮੋਹਨ ਸਿੰਘ ਨੇ ਕਿਹਾ, ਉਹ ਅਮਰੀਕਾ 'ਚ ਟਾਈਪ ਹੋਈ ਆ। ਅਮਰੀਕਾ 'ਚ ਟਾਈਪ ਹੋਈ ਚਿੱਠੀ ਦਾ ਕਿਵੇਂ ਪਤਾ ਲੱਗਾ? ਕਿਉਂਕਿ ਜਿਹੜੀ ਸਾਡੇ ਇੱਥੇ ਅੰਗਰੇਜ਼ੀ ਬੋਲੀ ਜਾਂਦੀ ਆ, ਉਹ ਇੰਗਲੈਂਡ ਵਾਲੀ ਅੰਗਰੇਜ਼ੀ ਆ। ਜਿਹੜੀ ਅਮਰੀਕਾ ਦਾ, ਉਹਦੇ 'ਚ ਥੋੜ੍ਹਾ ਜਿਹਾ ਸਪੈਲਿੰਗਾਂ ਦਾ ਅਤੇ ਥੋੜ੍ਹੀ ਜਿਹੀ ਲਿਖਤ ਦਾ ਫਰਕ ਆ। ਜਦੋਂ ਚਿੱਠੀ ਦਾ ਪਤਾ ਲੱਗਾ ਤਾਂ ਉਹ ਅਮਰੀਕਾ 'ਚ ਟਾਈਪ ਹੋਈ ਆ। ਇਹਦੇ ਬਾਰੇ ਮਨਮੋਹਨ ਸਿੰਘ ਨੂੰ ਕਿਹਾ ਗਿਆ ਵੀ ਜੇਕਰ ਤੂੰ ਆਹ ਸਾਰਾ ਕੁਝ ਭਾਰਤ 'ਚ ਲਾਗੂ ਕਰੇਗਾ ਤਾਂ ਤੈਨੂੰ ਅਸੀਂ ਵਿੱਤ ਮੰਤਰੀ ਬਣਾ ਦਿੰਦੇ ਹਾਂ। ਉਹਨੂੰ ਵਿੱਤ ਮੰਤਰੀ ਉਦੋਂ ਬਣਾਇਆ ਸੀ, ਉਹ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਨਹੀਂ ਬਣਿਆ। ਜਿਹੜੀ ਮਰਜ਼ੀ ਸਰਕਾਰ ਆ ਜੇ ਰਾਜੇਵਾਲ ਸਾਹਿਬ, ਜਿਹੜੇ ਸਿਸਟਮ ਨਾਲ ਤੁਸੀਂ ਟੱਕਰ ਲਈ ਆ, ਜਿਹਦੇ ਅਸੀਂ ਕਦਰਦਾਨ ਆ, ਜਿਹੜੇ ਕਰਕੇ ਤੁਹਾਡੇ ਜਿਹੜੇ ਸਿਸਟਮ ਨੂੰ ਤੁਸੀਂ ਹਰਾਇਆ, ਅਸੀਂ ਇਹਦੀ ਮੁਬਾਰਕਬਾਦ ਦਿੰਦੇ ਹਾਂ। ਇਸ ਵੱਡੇ ਸਿਸਟਮ ਨੂੰ ਹਰਾਉਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਸੀ। ਤੁਸੀਂ ਬਹਾਦਰੀ ਦੇ ਹੱਕਦਾਰ ਹੋ। ਤੁਹਾਡੇ ਨਾਲ ਹੋਰ ਸਾਰਾ ਜਿੰਨੇ ਜਥੇਬੰਦੀਆਂ ਨਾਲ ਆ, ਉਹ ਸਾਰੀਆਂ ਮੁਬਾਰਕਬਾਦ ਦੀਆਂ ਹੱਕਦਾਰ ਹੈ। ਪਰ ਇੱਥੇ ਤੁਸੀਂ ਟਪਲਾ ਖਾ ਗਏ ਹੋ। 2 ਗੱਲਾਂ ਦਾ ਮੈਂ ਜ਼ਿਕਰ ਹੋਰ ਕਰੂੰਗਾ, 2 ਗੱਲਾਂ ਦਾ ਸਿਰਫ। ਇੱਕ ਤਾਂ ਗੱਲ ਹੈਗੀ ਹੈ ਬਈ ਅਖਾਣ ਹੀ ਹੈ, ਵੀ ਸਮਝੋ ਅਖਾਣ ਨਹੀਂ ਗਾ, ਇੱਕ ਲੇਖਕ ਦਾ ਲਿਖਿਆ ਹੋਇਆ ਵੀ ਜਿਨ੍ਹਾਂ ਵਾਸਤੇ, ਜਿਨ੍ਹਾਂ ਦੇ ਜ਼ੁਲਮ ਨੇ ਜੇਲ੍ਹ ਤੋਂ ਵੀ ਵੱਡੇ, ਉਹਨਾਂ ਵਾਸਤੇ ਅਸੀਂ ਸੰਸਦ ਬਣਾਈ ਹੈ। ਸੰਸਦ ਤਾਂ ਬਣੀ ਹੋਈ ਉਹਨਾਂ ਵਾਸਤੇ। ਕਿੰਨੇ ਅਪਰਾਧੀ ਬੈਠੇ ਆ ਉੱਥੇ, ਜਿਨ੍ਹਾਂ ਤੇ ਬਲਾਤਕਾਰ ਤੇ, ਜਿਨ੍ਹਾਂ ਤੇ ਕਤਲਾਂ ਦੇ, ਜਿਨ੍ਹਾਂ ਤੇ ਠੱਗੀਆਂ ਦੇ, ਜਿਨ੍ਹਾਂ ਦੇ ਧੋਖਿਆਂ ਦੇ, ਜਿਨ੍ਹਾਂ ਤੇ ਮਤਲਬ ਦੇਸ਼ ਦਾ ਸਰਮਾਇਆ ਲੁੱਟਣ ਦੇ ਮੁਕੱਦਮੇ ਦਰਜ ਆ। ਉਹ ਬੰਦੇ ਬੈਠੇ ਆ ਉੱਥੇ। ਤੇ ਕੱਲ੍ਹ ਹੀ ਅਜੇ ਚੰਨੀ ਸਾਹਿਬ, ਇਹਦੇ ਤੇ ਵੀ ਮੁਕੱਦਮਾ ਹੋ ਕੇ ਹਟਿਆ ਵੀ ਰੇਤਾ ਖਾਂਦਾ ਸੀ। ਇਹ ਵੀ ਪਤਾ ਲੱਗਾ ਨਾ ਸਾਰਿਆਂ ਨੂੰ। ਪਹਿਲਾਂ ਲੱਗਦਾ ਸੀ ਗਰੀਬ ਰਾਜਾ ਬੰਦਾ, ਗਰੀਬ ਰਾਜਾ ਤਾਂ ਇਹ ਵੀ ਹੈ ਨਹੀਂ। ਇਸੇ ਤਰ੍ਹਾਂ ਸਭ ਦਾ ਹੀਜ ਪਿਆਜ਼ ਨੰਗਾ ਜ਼ਰੂਰ ਹੋ ਜਾਂਦਾ, ਪਰ ਇਹ ਸਿਸਟਮ ਮੰਗ ਉਹਨਾਂ ਨੂੰ ਕੋਈ ਕਰਦਾ, ਦੂਜਿਆਂ ਦੀ ਨਹੀਂ ਕਰਦਾ।
ਜਿਹੜੇ ਲੁੱਟਮਾਰ ਕਰਦੇ ਆ, ਜਿਹੜੇ ਇਹੋ ਜਿਹਾ ਕੰਮ ਕਰਦੇ ਆ, ਸਿਸਟਮ ਉਹਨਾਂ ਨੂੰ ਮੂਹਰੇ ਲੈ ਕੇ ਆਉਂਦਾ, ਕਿਉਂਕਿ ਇਸ ਸਿਸਟਮ ਨੂੰ ਹਿੱਸਾ ਜਾਂਦਾ ਉਹਨਾਂ ਦੇ ਵਿੱਚੋਂ। ਰਾਜੇਵਾਲ ਸਾਹਿਬ, ਤੁਸੀਂ ਇਹ ਕੰਮ ਨਹੀਂ ਕਰਨਾ, ਤੁਸੀਂ ਇਹ ਕੰਮ ਕਰਨਾ ਨਹੀਂ, ਤੁਹਾਨੂੰ ਸਿਸਟਮ ਨੇ ਨੇੜੇ ਨਹੀਂ ਲੱਗਣ ਦੇਣਾ, ਇਹ ਵੀ ਗੱਲ ਪੱਕੀ ਆ। ਅਗਲੀ ਗੱਲ ਇੱਕ ਹੋਰ ਕਰ ਦਿਆਂ, ਮਾਰਕ ਟਵੇਨ ਆ ਅਮਰੀਕਾ ਦਾ, ਪੱਤਰਕਾਰ ਵੀ ਹੈ, ਲੇਖਕ ਵੀ ਹੈ, ਨਾਵਲਕਾਰ ਵੀ ਹੈ, ਵਿਅੰਗਕਾਰ ਵੀ ਹੈ, ਅਧਿਆਪਕ ਵੀ ਹੈ। ਉਹਨੇ ਕੀ ਲਿਖਿਆ, ਆਪਾਂ ਤੋੜਾ ਇਸ ਗੱਲ ਤੇ ਝਾੜਦੇ ਅੱਜ ਦੀ ਇਸ ਵੀਡੀਓ ਦਾ। ਉਹਨੇ ਲਿਖਿਆ, ਜੇ ਵੋਟਾਂ ਕੋਈ ਤਬਦੀਲੀ ਲਿਆ ਸਕਦੀਆਂ, ਸੁਣ ਲਿਓ ਦੁਬਾਰੇ ਫੇਰ, ਜੇਕਰ ਵੋਟਾਂ ਕੋਈ ਤਬਦੀਲੀ ਲਿਆ ਸਕਦੀਆਂ, ਉਹਨਾਂ ਸਾਨੂੰ ਵੋਟਾਂ ਪਾਉਣ ਹੀ ਨਹੀਂ ਸੀ ਦੇਣੀਆਂ। ਆਇਆ ਉਹਦਾ ਤਜਰਬਾ। ਉਹ ਕਹਿੰਦਾ ਜੇ ਵੋਟਾਂ ਨਾਲ ਤਬਦੀਲੀ ਆਉਂਦੀ, ਸਾਨੂੰ ਵੋਟਾਂ ਪਾਉਣ ਕਿਹਨੇ ਦੇਣੀਆਂ ਸੀ ਰਾਜੇਵਾਲ ਸਾਹਿਬ? ਫਿਰ ਵੋਟਾਂ ਵੀ ਨਹੀਂ ਸੀ ਕਿਸੇ ਨੇ ਪਾਉਣ ਦੇਣੀਆਂ। ਸੋ ਹੁਣ ਤੁਸੀਂ ਵੇਖੋ, ਵੱਡੀਆਂ ਕੁਰਬਾਨੀਆਂ ਦੀ ਗੱਲ ਤਾਂ ਕਿਧਰੇ ਰਹਿ ਗਈ। ਜਿਹੜੇ ਸਾਡੇ ਸਾਥੀ ਹੈ, ਉਹਨਾਂ ਨੇ ਸ਼ਰਾਬਾਂ ਦੀਆਂ ਬੋਤਲਾਂ ਤੇ, ਉਹਨਾਂ ਨੇ ਕੁਝ ਪੈਸਿਆਂ ਤੇ, ਕਿਉਂਕਿ ਸਿਸਟਮ 'ਚ ਨੁਕਸਾ, ਸਿਸਟਮ ਮੰਗਤਾ ਬਣਾਉਣਾ ਚਾਹੁੰਦਾ, ਉਹਨਾਂ ਨੇ ਇਹਨਾਂ ਦੇ ਕੀਤੇ ਹੋਏ ਐਲਾਨਾਂ ਤੇ ਡੁੱਲ ਕੇ ਵੋਟਾਂ ਪਾਉਣੀਆਂ। ਤੁਸੀਂ ਕੋਈ ਐਲਾਨ ਨਹੀਂ ਕਰ ਸਕੇ, ਤੁਸੀਂ ਕੋਈ ਇਸ ਸਿਸਟਮ ਦੇ ਮੁਕਾਬਲੇ 'ਚ ਪੈਸੇ ਨਹੀਂ ਵੰਡਣੇ, ਤੁਸੀਂ ਕਿਸੇ ਨੂੰ ਸ਼ਰਾਬ ਨਹੀਂ ਪਿਉਣੀ, ਤੁਸੀਂ ਇਹਨਾਂ ਵਾਲੇ ਭ੍ਰਿਸ਼ਟ ਸਿਸਟਮ 'ਚ ਪੈਰ ਨਹੀਂ ਧਰਨਾ ਰਾਜੇਵਾਲ ਸਾਹਿਬ। ਇਸ ਕਰਕੇ ਤੁਹਾਨੂੰ ਪੌੜੀਆਂ ਵੀ ਨਹੀਂ ਇਹਨਾਂ ਨੇ ਚੜ੍ਹਨ ਦੇਣਾ। ਇਹ ਗੱਲ ਮੇਰੀ ਯਾਦ ਰੱਖ ਲਿਓ। ਹੁਣ ਸਾਥੀਓ, ਕਿਸਾਨ ਦੋਸਤੋ, ਇੱਕ ਬੇਨਤੀ ਮੇਰੀ ਜ਼ਰੂਰ ਮੰਨ ਲਿਓ, ਇਹ ਜਿਹੜਾ ਚੈਨਲ ਮੈਂ ਬਣਾਇਆ ਸਿਰਫ ਤੁਹਾਡੀ ਸੇਵਾ ਵਾਸਤੇ ਹੈ। ਜਿਹੜਾ ਵੀ ਸਾਥੀ ਕੋਲੇ ਕੋਈ ਵੀਡੀਓ ਵੇਖਦਾ, ਉਹ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰ ਦਿਓ, ਤਾਂ ਕਿ ਆਪਣੇ ਸਾਰੇ ਕਿਸਾਨ ਸਾਥੀਆਂ ਤੱਕ ਇਹ ਵੀਡੀਓ ਜ਼ਰੂਰ ਪਹੁੰਚ ਜੇ। ਮਿਹਰਬਾਨੀ, ਬਹੁਤ ਧੰਨਵਾਦ ਸਾਰੇ ਸਾਥੀਆਂ ਦਾ।